एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास रखो सरणाई। सो कहो टल गुर सेविय, अहनस सहज दर्शन परसय गुरु कै। जन्म मरण दुख जाय, होवै सिफत खसंबंधी। नूर अर सह गुर सो ਝਟੀਐ। तुद डिठे सच्चे पातशाह, मल जन्म जन्म दी कटीय। सज्जन सच्चा पातशाह, सिर सहादै। जिस पास बैठिया सोहीए, सबना दा वेसाहो। सतनाम श्री वाहेगुरु साहिब जी। तनासरी महला पंजवा। जय जय पेखो तह हजूर, दूर कतो ना जाई। रब रहया सर्बत्र मैं, मन सदा ध्याई। जय जय पेखो तह हजूर, दूर कतो ना जाई। रब रहया सर्वत्र मैं, मन सदा ध्याई। ईत उत न बिछड़ै, सो संगी गणियै। बिनस जाए जो निमुख मह, सुवल्प सुख भणियै। रहाओ प्रतपल आपयाओ दे, कशून न होई। सास सास संभालता, मेरा प्रभ सोई। अशल अशेद पर प्रभ, ऊंचा जाका रूप। जप जप करे आनंद जन, अचरज अनूप। सामत दिहो दयाल प्रभ, जित तुम है अराधा। नानक मंगै दान प्रभ, रेन पग साधा। सामत दिहो दयाल प्रभ, जित तुम्हें अराधा। नानक मंगै दान प्रभ, रेन पग साधा। वाहिगुरु जी का खालसा, वाहिगुरु जी की फतेह। निरंकार अकाल पुरख वाहिगुरु परमेश्वर दे प्रतੱਖ स्वरूप, वाहो वाहो बाणी निरंकार है।
ਤਿਸ ਜੇਵੜ ਅਵਰ ਨ ਕੋਏ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਹੈ। ਉਪਰੰਤ ਸਮਾਂ ਹੈ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦਾ। ਗੁਰਬਾਣੀ ਦੀ ਪਾਵਨ ਅੰਮ੍ਰਿਤਮਈ ਕਥਾ ਦਾ। ਹਰੀ ਕਥਾ, ਨਿਰੰਕਾਰ ਦੀ ਕਥਾ, ਗੁਰਬਾਣੀ ਦੀ ਕਥਾ ਇੱਕ ਸਵਰੂਪ ਹੈ। ਗੁਰਬਾਣੀ ਦੀ ਕਥਾ ਨਿਰੰਕਾਰ ਦੀ ਕਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਸ਼ਬਦ ਸ੍ਰੀ ਮੁਖ ਵਾਕ ਮਹਾਵਾਕ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਹ ਜੈ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ। ਰਾਗ ਧਨਾਸਰੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਅਕਾਲ ਪੁਰਖ ਮੈਨੂੰ ਹਾਜ਼ਰਾਂ ਹਜ਼ੂਰ ਸਨਮੁਖ ਪ੍ਰਤੱਖ ਦਿਸਦਾ। ਗੁਰਮਤਿ ਸਾਖੀ ਪ੍ਰਮਾਣ ਵਿੱਚ ਇੱਕ ਸਾਖੀ ਲਿਖੀ ਆਉਂਦੀ ਹੈ ਕਿ ਇੱਕ ਸਾਧੂ ਸਨ, ਮਹਾਤਮਾ ਸਨ। ਉਸ ਸਾਧੂ ਦੇ ਪਾਸ ਦੋ ਚੇਲੇ ਆਏ। ਕਹਿਣ ਲੱਗੇ, ਸੰਤ ਜੀ ਅਸੀਂ ਤੁਹਾਡੇ ਚੇਲੇ ਬਣਨਾ। ਅਕਸਰ ਇਸ ਸਮਾਜ ਦੇ ਵਿੱਚ ਉਸਤਾਦ ਤਾਂ ਬਹੁਤ ਮਿਲਦੇ ਆ, ਪਰ ਚੇਲੇ ਘੱਟ ਨੇ। ਜਿਹੜਾ ਜਾ ਕੇ ਚੇਲਾ ਵੀ ਬਣਦਾ ਉਹ ਵੀ ਉਸਤਾਦ ਹੀ ਹੋ ਜਾਂਦਾ। ਚੇਲੇ ਉਸਤਾਦ ਦੀ ਪਰੰਪਰਾ ਸਾਡੇ ਸਮਾਜ ਵਿੱਚ ਬੜੀ ਸੁੰਦਰ ਰਹੀ ਹੈ। ਕਿਸੇ ਵੀ ਕੰਮ ਨੂੰ ਸਿਖਾਉਣ ਵੇਲੇ ਕੋਈ ਵੀ ਕੰਮ ਹੋਵੇ ਉਹਨੂੰ ਜਿਹੜਾ ਸਿਖਾਉਂਦਾ ਉਹਨੂੰ ਉਸਤਾਦ ਕਹਿ ਦਿੰਦੇ। ਚਾਹੇ ਉਹ ਕਿਸੇ ਮਸ਼ੀਨਰੀ ਦੀ ਸਿੱਖਿਆ ਹੋਵੇ, ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਸਿੱਖਿਆ ਹੋਵੇ। ਇਹ ਕਹਿਣ ਲੱਗੇ, ਸੰਤ ਜੀ ਅਸੀਂ ਬਣਨਾ ਤੁਹਾਡੇ ਚੇਲੇ। ਸੰਤ ਜੀ ਕਹਿਣ ਲੱਗੇ ਵੀ ਮੇਰੇ ਚੇਲੇ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਪਰਖਣਾ ਵੀ ਤੁਸੀਂ ਮੇਰੇ ਚੇਲੇ ਬਣਨ ਦੇ ਲਾਇਕ ਹੋ ਵੀ ਕਿ ਨਹੀਂ। ਉਹਨੇ ਦੋਨਾਂ ਨੂੰ ਇੱਕ ਇੱਕ ਕਬੂਤਰ ਦਿੱਤਾ ਵੀ ਜਾਓ ਦੋਵੇਂ ਜੰਗਲ 'ਚ, ਕੋਈ ਬੀਆਬਾਨ ਉਜਾੜ ਹੋਵੇ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ, ਉੱਥੇ ਨਾ ਦੋਨਾਂ ਕਬੂਤਰਾਂ ਨੂੰ ਮਾਰ ਕੇ ਲੈ ਆਓ। ਦੋਵੇਂ ਚੇਲੇ ਵੱਖੋ ਵੱਖਰੇ ਹੋ ਗਏ। ਦੋਵਾਂ ਦੇ ਹੱਥ ਵਿੱਚ ਇੱਕ ਇੱਕ ਕਬੂਤਰ ਹੈ।
ਇੱਕ ਗਿਆ ਜੰਗਲ ਵਿੱਚ, ਉਹਨੇ ਆਲੇ ਦੁਆਲੇ ਨਿਗਾਹ ਮਾਰੀ ਵੀ ਕੋਈ ਨਹੀਂ ਵੇਖਦਾ, ਕਬੂਤਰ ਦੀ ਸੰਗੀ ਮਰੋੜੀ ਤੇ ਕਬੂਤਰ ਮਾਰ ਲਿਆ ਤੇ ਵਾਪਸ ਆ ਗਿਆ। ਦੂਜਾ ਚੇਲਾ ਕੁਝ ਸੂਖਮ ਬਿਰਤੀ ਵਾਲਾ ਸੀ। ਜਦੋਂ ਉਹ ਜੰਗਲ ਵਿੱਚ ਉਜਾੜ ਵਿੱਚ ਜਾ ਕੇ ਕਬੂਤਰ ਮਾਰਨ ਲੱਗਾ ਤੇ ਸੋਚਿਆ ਵੀ ਸੰਤ ਜੀ ਨੇ ਕਿਹਾ ਸੀ ਵੀ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ, ਵੀ ਇੱਥੇ ਤਾਂ ਪੰਛੀ ਵੇਖ ਰਹੇ ਨੇ, ਦੂਜੇ ਜਿਹੜੇ ਦਰਖਤਾਂ ਤੇ ਬੈਠੇ ਨੇ, ਜੰਗਲ ਹੈ, ਵੀ ਉਹਨਾਂ ਪੰਛੀਆਂ ਦੇ ਵੇਖਦਿਆਂ ਇਹਨੂੰ ਮਾਰਾਂ ਕਿਵੇਂ, ਇਹ ਵੀ ਔਖਾ ਹੈ। ਪਹਾੜ ਦੀ ਇੱਕ ਗੁਫਾ ਸੀ, ਉੱਥੇ ਚਲਾ ਗਿਆ ਵੀ ਉਸ ਗੁਫਾ ਦੇ ਵਿੱਚ ਕੋਈ ਦੂਜਾ ਪਸ਼ੂ ਪੰਛੀ ਨਹੀਂ ਪਿਆ ਵੇਖਦਾ, ਇੱਕ ਇਹ ਹੈ, ਇੱਕ ਕਬੂਤਰ ਹੈ। ਮਾਰਨ ਲੱਗਾ ਕਬੂਤਰ ਨੂੰ, ਫਿਰ ਸੋਚਦਾ ਵੀ ਸਾਡੇ ਉਸਤਾਦ ਨੇ, ਗੁਰੂ ਨੇ ਕਿਹਾ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ, ਇਹ ਕਬੂਤਰ ਤਾਂ ਵੇਖ ਰਿਹਾ। ਉਹਨੇ ਕਬੂਤਰ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ, ਫਿਰ ਮਾਰਨ ਲੱਗਾ। ਕਹਿੰਦਾ ਉਹਨੇ ਤਾਂ ਕਿਹਾ ਸੀ ਕੋਈ ਨਾ ਵੇਖਦਾ ਹੋਵੇ ਤੇ ਮੈਂ ਤਾਂ ਵੇਖ ਰਿਹਾ। ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨ੍ਹ ਲਈ, ਫਿਰ ਮਾਰਨ ਲੱਗਾ ਤੇ ਮਨ 'ਚ ਸੋਚ ਆਈ ਵੀ ਕੋਈ ਵੀ ਨਾ ਵੇਖਦਾ ਹੋਵੇ, ਐਸੀ ਜਗ੍ਹਾ ਤਾਂ ਕੋਈ ਹੈ ਹੀ ਨਹੀਂ, ਪਰਮਾਤਮਾ ਤਾਂ ਇੱਥੇ ਵੀ ਵੇਖ ਰਿਹਾ, ਉਹ ਤਾਂ ਇੱਥੇ ਵੀ ਨਿਗਾਹ ਕਰਕੇ ਰੱਖ ਕੇ ਬੈਠਾ ਹੋਇਆ, ਕਿਵੇਂ ਮਾਰਾਂ? ਮੈਂ ਕਿਸੇ ਵੀ ਜਗ੍ਹਾ ਤੇ ਚਲਾ ਜਾਵਾਂ, ਨਿਰੰਕਾਰ ਦੀ, ਪਰਮੇਸ਼ਰ ਦੀ ਨਿਗਾਹ ਹਰ ਜਗ੍ਹਾ ਤੇ ਹੈ, ਹਰ ਥਾਂ ਤੇ ਹੈ, ਇਹਨੂੰ ਕਿਵੇਂ ਮਾਰ ਸਕਦਾ? ਉਹ ਕਬੂਤਰ ਜਿਉਂਦਾ ਹੀ ਵਾਪਸ ਲੈ ਆਖਿਆ, ਸੰਤ ਜੀ ਸੰਸਾਰ ਵਿੱਚ ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਪਰਮੇਸ਼ਰ ਨਾ ਵੇਖਦਾ ਹੋਵੇ, ਇਸ ਕਰਕੇ ਮੈਂ ਇਹਨੂੰ ਨਹੀਂ ਮਾਰ ਸਕਿਆ। ਤੁਸੀਂ ਕਿਹਾ ਸੀ ਉੱਥੇ ਮਾਰ ਕੇ ਲਿਆਇਓ ਜਿੱਥੇ ਕੋਈ ਨਾ ਵੇਖਦਾ ਹੋਵੇ। ਸੰਤ ਬੜੇ ਖੁਸ਼ ਹੋਏ, ਕਹਿੰਦੇ ਹਾਂ ਤੂੰ ਮੇਰਾ ਚੇਲਾ ਬਣ ਸਕਦਾ। ਦੂਜੇ ਨੂੰ ਕਿਹਾ ਵੀ ਤੂੰ ਤਾਂ ਪਹਿਲਾਂ ਹੀ ਉਸਤਾਦ ਹੈ, ਵੀ ਜਾ, ਚਲਾ ਜਾ, ਇੱਥੋਂ ਵਿਦਾ ਹੋ ਜਾ। ਸਾਖੀ ਪ੍ਰਮਾਣ ਵਿੱਚ ਸਾਖੀ ਸੁਣਾਉਂਦਿਆਂ ਮਹਾਂਪੁਰਸ਼ ਦੱਸਦੇ ਆ ਕਿ ਸੰਸਾਰ ਦੀ ਹਰ ਜਗ੍ਹਾ ਤੇ, ਹਰ ਥਾਂ ਤੇ ਪ੍ਰਮਾਤਮਾ ਦੀ ਹੋਂਦ ਹੈ। ਐਸੀ ਸਾਖੀ ਸੁਣਾਉਣ ਨਾਲ ਹਿਰਦੇ ਵਿੱਚ ਗੱਲ ਸਪਸ਼ਟ ਹੋ ਜਾਂਦੀ ਹੈ। ਇਸ ਕਰਕੇ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ, ਸਾਖੀਆਂ ਕਹੀਆਂ ਜਾਂਦੀਆਂ ਨੇ, ਗੁਰੂ ਸਾਹਿਬ ਜੀ ਦੇ ਇਤਿਹਾਸ ਚੋਂ ਪ੍ਰਮਾਣ ਦਿੱਤੇ ਜਾਂਦੇ ਨੇ, ਸਿੱਖ ਇਤਿਹਾਸ ਚੋਂ ਪ੍ਰਮਾਣ ਦਿੱਤੇ ਜਾਂਦੇ ਨੇ, ਮਹਾਂਪੁਰਸ਼ਾਂ ਸਾਧੂਆਂ ਦੇ ਜੀਵਨ ਚੋਂ ਪ੍ਰਮਾਣ ਦਿੱਤੇ ਜਾਂਦੇ ਨੇ, ਤਾਂ ਜੋ ਗੱਲ ਸਮਝ 'ਚ ਪੈ ਜਾਏ। ਗਰੀਬ ਨਵਾਜ਼ ਸਾਹਿਬ ਕਹਿੰਦੇ, ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਉਹ ਅਕਾਲ ਪੁਰਖ ਉੱਥੇ ਹੀ ਹਾਜ਼ਰਾ ਹਜੂਰ, ਦੂਰ ਕਤਹੋ ਨਾ ਜਾਈ। ਕੋਈ ਜਗ੍ਹਾ ਐਸੀ ਨਹੀਂ ਜਿੱਥੋਂ ਉਹ ਦੂਰ ਹੈ ਹੀ ਨਹੀਂ ਕਿਤੇ। ਨੇੜੇ ਨਾਹੀ ਦੂਰ, ਨਿਜਾਤ ਮੈਂ ਰਿਹਾ ਭਰਪੂਰ। ਤਾਂ ਬਹੁਤ ਨੇੜੇ ਹੈ, ਦੂਰ ਨਹੀਂ ਹੈ। ਬੰਦਾ ਸਮਝਦਾ ਹੈ ਕਿ ਰੱਬ ਦੂਰ ਹੈ। ਕਿਸੇ ਨੇ ਪੁੱਛਿਆ ਰੱਬ ਨੇੜੇ ਕਿ ਕਸੁੰਨ? ਮਨਮੁਖ ਕਹਿੰਦਾ ਕਸੁੰਨ ਨੇੜੇ ਆ, ਰੱਬ ਤਾਂ ਖਬਰੇ ਕਿੱਥੇ ਹੋਵੇਗਾ। ਪਰ ਗੁਰਮੁਖ ਕਹਿੰਦਾ, ਕਹਿ ਰਬਦਾਸ ਹਾਥ ਪੈ ਨੇੜਾ, ਵੀ ਉਹ ਰੱਬ ਹੱਥ ਨਾਲੋਂ ਵੀ ਨੇੜੇ ਹੈ, ਕਸੁੰਨ ਨਾਲੋਂ ਵੀ ਨੇੜੇ ਹੈ। ਤੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਕਿਤੇ ਦੂਰ ਨਹੀਂ, ਨੇੜੇ ਹੈ। ਸਾਡੇ ਆਲੇ ਦੁਆਲੇ ਬਹੁਤ ਕੁਝ ਹੈ, ਇਸ ਹਵਾ ਵਿੱਚ ਬਹੁਤ ਕੁਝ ਹੈ, ਨਿੱਕੇ ਨਿੱਕੇ ਕਣ ਨੇ, ਇਹਦੇ ਵਿੱਚ ਇਹੋ ਜਿਹੇ ਤੱਤ ਨੇ ਇਸ ਹਵਾ ਵਿੱਚ ਜਿਹੜੇ ਸਾਡੇ ਸਰੀਰ ਨੂੰ ਸਾਹ ਦੇ ਰਹੇ ਨੇ, ਜਿਹਨੂੰ ਆਪਾਂ ਆਕਸੀਜਨ ਕਹਿ ਲਈਏ। ਨਜ਼ਰ ਤਾਂ ਨਹੀਂ ਆ ਰਹੀ, ਪਰ ਹੈ ਨਾ ਆਸ-ਪਾਸ, ਨੇੜੇ ਹੈ ਨਾ, ਪਰ ਸਾਡੇ ਅਨੁਭਵ ਵਿੱਚ ਨਹੀਂ ਆ ਰਿਹਾ ਸਭ ਕੁਝ। ਤੇ ਹੁਣ ਜੇ ਸਾਡੇ ਅਨੁਭਵ ਵਿੱਚ ਨਾ ਆਵੇ ਤੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਹੈ ਹੀ ਨਹੀਂ।
ਇਸ ਹਵਾ ਵਿੱਚ ਨਿੱਕੇ ਨਿੱਕੇ ਬਾਰੀਕ ਬਾਰੀਕ ਕਿਤਨੇ ਕਣ ਹੋਣਗੇ, ਸਾਨੂੰ ਦਿਸ ਨਹੀਂ ਰਹੇ। ਜੇ ਸਾਨੂੰ ਦਿਸ ਨਹੀਂ ਰਹੇ ਦਾ ਮਤਲਬ ਇਹ ਨਹੀਂ ਵੀ ਹੈ ਨਹੀਂ, ਹੈ ਬਹੁਤ ਕੁਝ। ਤੋ ਅਕਾਲ ਪੁਰਖ ਪਰਮੇਸ਼ਰ ਨੇੜੇ ਹੈ, ਪਰ ਸਾਨੂੰ ਦਿਸਦਾ ਨਹੀਂ, ਅਨੁਭਵ ਵਿੱਚ ਨਹੀਂ ਆਉਂਦਾ। ਇਸ ਕਰਕੇ ਕਹਿੰਦੇ ਰੱਬ ਬੜੀ ਦੂਰ ਹੈ, ਪਰ ਉਹ ਦੂਰ ਨਹੀਂ, ਉਹ ਸੂਖਮ ਤੋਂ ਸੂਖਮ ਹੈ। और जितना सूक्ष्म है उतना ही व्यापक है, और जितना व्यापक है उतना ही नजदीक है। इस करके गरीब नवाज साहब कहते वो दूर नहीं जाता, किते नेड़े तो नेड़े है। रब रहया सर्वत्र मैं मन सदा ध्याई। वो सर्वत्र जीआं विच रमिया होया कि सर्वत्र देस है, कि सर्वत्र पेस है, ਸਾਰਿਆਂ ਵਿੱਚ ਹੈ, ਸਭ ਦੇ ਵਿੱਚ ਉਹਦਾ ਨਿਵਾਸ ਹੈ। ਜਿਵੇਂ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਸਭ ਵਿੱਚ ਇੱਕੋ ਜੋ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਭ ਵਿੱਚ ਵਸ ਰਿਹਾ ਹੈ। पातशाह कह दे कतहूँ सुचेत होए का चेतना को चार कियो, कतहूँ अचिंत होए का सोवत अचेत हो, कतहूँ भिखारी होए का मांगत फिरत भीख। सब विचो ही, सब विचो ही निवास। खूक मल हारी गज गदहा बभूत तारी, गेदुआ मसान बास करियो ही करत है। घुग्गू मट वासी लगे डोलत, उदासी मृग तरवर सदीव। मोन साधे ही मरत है। बड़े ने ਜਿਹੜੇ ਉਹਨੂੰ ਪ੍ਰਾਪਤ ਕਰਨ ਲਈ ਬੜੀ ਸਾਧਨਾ ਕਰਦੇ ਆ, ਉਹ ਨਹੀਂ ਜਾਣ ਸਕਦੇ ਵੀ ਸਰਬ ਥਾਈ ਰਹਿੰਦਾ, ਸਭ ਵਿੱਚ ਹੈ। ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿਮੀ ਹਰੀ ਜਮਾ ਹਰੀ, ਮਕੀ ਹਰੀ ਮਕਾਂ ਹਰੀ। जलस तो ही थलस तो ही नदस तो ही नदिस तो ही, वृक्षस तो ही पतस तो ही, तू ही 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 तू है। सब विच रहिंदा। साडी बिरती रजो तमो और सतो गुण तिन्नां विच वरतदी। ये प्रकृति तीन गुणी, ਇਹਦੇ ਚ ਸਤੋ ਗੁਣੀ ਵੀ ਨੇ, ਇਹਦੇ ਚ ਰਜੋ ਗੁਣੀ ਵੀ ਨੇ, ਇਹਦੇ ਚ ਤਮੋ ਗੁਣੀ ਵੀ ਨੇ। ਸਤੋ ਗੁਣੀ ਬਿਰਤੀ ਵਿੱਚ ਜੋ ਵਰਤਦੇ ਨੇ ਉਹ ਮਹਾਤਮਾ ਨੇ, ਸਾਧੂ ਨੇ, ਸੰਤ ਨੇ, ਨਾਮ ਰਸੀਏ ਨੇ, ਗੁਰਮੁਖ ਨੇ, ਉਹ ਸਤੋ ਗੁਣੀ ਸ੍ਰਿਸ਼ਟੀ। ਰਜੋ ਗੁਣੀ ਸ੍ਰਿਸ਼ਟੀ ਵਿੱਚ ਰਾਜੇ ਨੇ, ਮੰਤਰੀ ਨੇ, ਵੱਡੇ ਵੱਡੇ ਅਹੁਦੇਦਾਰ ਨੇ, ਉਹ ਰਜੋ ਗੁਣੀ ਬਿਰਤੀ, ਉਹ ਸ੍ਰਿਸ਼ਟੀ। एक है तमोगुणी सृष्टि। तमोगुणी सृष्टि च चोर ने, निंदक ने, पापी ने, हत्यारे ने, असंख मूर्ख, अंधखोर, असंख चोर, हराम खोर, असंख अमर कर जाहे जोर। तीन पौड़ियां ने ना असंख दियां जपजी साहब। ये रजो तमो ते सतो गुण दा वाचक ने। असीं अपने ते अनुभव करके वेखीए। ਜਦੋਂ ਅਸੀਂ ਕਿਸੇ ਸਾਧੂ ਦੇ ਦਰਸ਼ਨ ਕਰਦੇ ਹਾਂ, ਕਿਸੇ ਮਹਾਤਮਾ ਦੇ ਦਰਸ਼ਨ ਕਰਦੇ ਹਾਂ, ਕਿਸੇ ਨਾਮ ਰਸੀਏ ਗੁਰਸਿੱਖ ਦੇ ਦਰਸ਼ਨ ਕਰਦੇ ਹਾਂ, ਉਹਦੇ ਪ੍ਰਤੀ ਸਾਡੇ ਮਨ 'ਚ ਸਤਿਕਾਰ ਹੁੰਦਾ ਕਿ ਪਰਮੇਸ਼ਰ ਦਾ ਪਿਆਰ ਹੈ। ਸਾਨੂੰ ਉਹਦੇ 'ਚ ਪ੍ਰਮਾਤਮਾ ਵਸਦਾ ਦਿਸਦਾ ਨਾ, ਉਹਦੇ 'ਚ ਨਿਰੰਕਾਰ ਵਸਦਾ ਦਿਸਦਾ ਵੀ ਇਹਨਾਂ ਸਾਧੂਆਂ 'ਚ ਰੱਬ ਦੇ ਪਿਆਰਿਆਂ ਵਿੱਚ ਰੱਬ ਆਪ ਵਸਦਾ। ਅਸੀਂ ਉਹਨਾਂ ਦਾ ਅਦਬ ਕਰਦੇ ਹਾਂ। ਪਰ ਜਦੋਂ ਅਸੀਂ ਇਹਨਾਂ ਵੱਡੇ ਵੱਡੇ ਮੰਤਰੀਆਂ ਨੂੰ ਵੇਖਦੇ ਹਾਂ, ਰਾਜਿਆਂ ਨੂੰ ਵੇਖਦੇ ਹਾਂ, ਉਹਨਾਂ ਵਿੱਚ ਰੱਬ ਦਿਸਦਾ? ਸਾਨੂੰ ਨਹੀਂ ਦਿਸਦਾ ਨਾ। ਸਾਧੂਆਂ 'ਚ ਸਤੋਗੁਣੀ ਦ੍ਰਿਸ਼ਟੀ ਵਾਲੇ ਜਿਹੜੇ ਰੱਬ ਦੇ ਪਿਆਰੇ, ਉਹਨਾਂ ਵਿੱਚ ਤਾਂ ਦਿਸਦਾ ਵੀ ਇਹਨਾਂ ਵਿੱਚ ਪਰਮੇਸ਼ਰ ਵਸਦਾ। ਅਸੀਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ। ਪਰ ਜਿਹੜੇ ਮੰਤਰੀ ਸੰਤਰੀ ਨੇ, ਸਾਡੇ ਦਿਲ ਵਿੱਚ ਉਹਨਾਂ ਪ੍ਰਤੀ ਸਤਿਕਾਰ ਨਹੀਂ। ਉੱਦਾਂ ਸਮਾਜ ਵਾਸਤੇ ਉਹਨਾਂ ਦੇ ਨਾਲ ਅਸੀਂ ਜ਼ਰੂਰ ਭਾਵੇਂ ਕਹਿ ਦਈਏ ਮੂੰਹ ਤੋਂ ਮਿੱਠਾ ਮਿੱਠਾ ਜਿਹਾ ਵੀ ਵਧੀਆ ਬੰਦੇ ਆ,
ਪਰ ਉਹਨਾਂ 'ਚ ਰੱਬ ਨਹੀਂ ਦਿਸਦਾ। ਜਿਵੇਂ ਜਿਵੇਂ ਕਿਸੇ ਦੀ ਸਾਧਨਾ ਪ੍ਰਬਲ ਹੁੰਦੀ ਆ, ਨਾਮ ਦਾ ਅਭਿਆਸ ਜਿਵੇਂ ਜਿਵੇਂ ਪ੍ਰਪੱਕ ਹੁੰਦਾ, ਉਹਨਾਂ ਨੂੰ ਫਿਰ ਇਹਨਾਂ ਵਿੱਚ ਵੀ, ਰਾਜਨੀਤਿਕਾਂ ਵਿੱਚ ਵੀ, ਇਹ ਮੰਤਰੀਆਂ ਸੰਤਰੀਆਂ ਵਿੱਚ ਵੀ, ਸ਼ਾਹੂਕਾਰਾਂ ਵਿੱਚ ਵੀ ਰੱਬ ਦਿਸਣ ਲੱਗ ਪੈਂਦਾ ਵੀ ਇਹਨਾਂ ਵਿੱਚ ਵੀ ਪਰਮੇਸ਼ਰ ਦੀ ਜੋਤ। ਹੁਣ ਉਹਨਾਂ ਵਿੱਚ ਤਾਂ ਵੇਖ ਲਿਆ। ਹੁਣ ਜਿਹੜਾ ਚੋਰ ਹੈ, ਤਮੋਗੁਣੀ ਸ੍ਰਿਸ਼ਟੀ, ਚੋਰ ਨੇ, ਹਰਾਮਖੋਰ ਨੇ, ਨਿੰਦਕ ਨੇ, ਹਤਿਆਰੇ ਨੇ, ਕਾਤਲ ਨੇ, ਬਲਾਤਕਾਰੀ ਨੇ, ਕਿਤਨੇ ਕਿਤਨੇ ਜੁਰਮ ਹੁੰਦੇ ਆ ਕਿ ਉਹਨਾਂ ਵਿੱਚ ਸਾਨੂੰ ਰੱਬ ਦਿਸਦਾ। ਬੜੀ ਗਿਲਾਨੀ ਆਉਂਦੀ ਉਹਨਾਂ ਨੂੰ ਵੇਖ ਕੇ, ਉਹਨਾਂ ਵਿੱਚ ਵੀ ਨਹੀਂ ਦਿਸਦਾ। ਜਿਵੇਂ ਜਿਵੇਂ ਕੋਈ ਸਾਧਕ ਸਾਧਨਾ ਕਰਦਿਆਂ ਸੁਰਤ ਉੱਚੀ ਕਰਦਾ, ਫਿਰ ਉਹਨੂੰ ਉਹਨਾਂ ਵਿੱਚ ਵੀ ਪਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ ਪੈਂਦੀ ਹੈ। ਹੁਣ ਬੰਦਿਆਂ ਵਿੱਚ ਤਾਂ ਦਿਸਣ ਲੱਗ ਪਿਆ, ਹੁਣ ਜਾਨਵਰਾਂ ਵਿੱਚ ਨਹੀਂ ਦਿਸਦਾ। ਕੁੱਤਿਆਂ ਵਿੱਚ ਤਾਂ ਨਹੀਂ ਰੱਬ ਦਿਸਦਾ, ਹਾਥੀਆਂ ਵਿੱਚ, ਘੋੜਿਆਂ ਵਿੱਚ, ਗਊਆਂ ਵਿੱਚ, ਬੈਲਾਂ ਵਿੱਚ, ਕਿਤਨੇ ਜਾਨਵਰ ਨੇ ਉਹਨਾਂ ਵਿੱਚ ਤਾਂ, ਪੰਛੀਆਂ ਵਿੱਚ ਤਾਂ ਨਹੀਂ ਰੱਬ ਦਿਸਦਾ ਸਾਨੂੰ। ਜਿਵੇਂ ਜਿਵੇਂ ਸਾਧਕ ਦੀ ਸਾਧਨਾ ਹੋਰ ਪ੍ਰਬਲ ਹੁੰਦੀ ਹੈ, ਉਹ ਸਾਧਨਾ ਕਰਦਾ ਇਸ ਅਵਸਥਾ ਤੱਕ ਪਹੁੰਚਦਾ ਕਿ ਉਹਨੂੰ ਫਿਰ ਜਿਤਨੇ ਪਸ਼ੂ ਪੰਛੀ ਨੇ ਉਹਨਾਂ ਵਿੱਚ ਵੀ ਪ੍ਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸਭ ਜਾਪਤ ਹੈ ਤੁਧ ਬਿਨ ਨਹੀਂ ਹੋਰ। ਇਹ ਪ੍ਰਭੂ ਇਹਨਾਂ ਵਿੱਚ ਵੀ ਤੂੰ ਵਸਦਾ। ਹੁਣ ਉਹਨਾਂ ਵਿੱਚ ਤਾਂ ਵਸਦਾ ਦਿਸ ਗਿਆ। ਹੁਣ ਦਰਖਤਾਂ ਵਿੱਚ, ਘਾਹ ਦੇ ਬੂਟਿਆਂ ਵਿੱਚ, ਖਿੜੇ ਹੋਏ ਫੁੱਲਾਂ ਵਿੱਚ, ਬਗੀਚਿਆਂ ਵਿੱਚ ਪਰਮਾਤਮਾ ਨਹੀਂ ਦਿਸਦਾ। ਸਾਧਨਾ ਕਰਦਿਆਂ ਜਿਵੇਂ ਕਿਸੇ ਦੀ ਸੁਰਤ ਹੋਰ ਉੱਠਦੀ ਹੈ, ਫਿਰ ਉਹਨੂੰ ਵਣ ਤ੍ਰਿਣ ਭਵਨ ਸਾਰਿਆਂ ਵਿੱਚ ਪਰਮਾਤਮਾ ਮੌਲਿਆ ਹੋਇਆ ਨਜ਼ਰ ਆਉਂਦਾ ਕਿ ਉਹ ਵਾਹਿਗੁਰੂ ਇਸ ਬਨਸਪਤੀ ਵਿੱਚ ਵੀ ਰਮਿਆ ਹੋਇਆ। ਫਿਰ ਚੱਲ ਰਹੇ ਦਰਿਆਵਾਂ ਵਿੱਚ, ਪਾਣੀ ਵਿੱਚ ਵੀ ਵਸਦਾ ਹੋਇਆ ਦਿਸਦਾ। ਧਰਤੀ ਦੇ ਮਿੱਟੀ ਦੇ ਕਣਾਂ ਵਿੱਚ ਵੀ ਵਸਦਾ ਹੋਇਆ ਨਜ਼ਰ ਆਉਂਦਾ। ਜਲੇ ਹਰੀ ਥਲੇ ਹਰੀ। ਇਹਨੂੰ ਕਹਿੰਦੇ ਆ ਸਾਧਨਾ ਕਰਦਿਆਂ ਸੁਰਤ ਜਦੋਂ ਉੱਪਰ ਉੱਠੇ, ਉਦੋਂ ਨਜ਼ਰ ਆਉਂਦਾ ਹੈ ਰਵ ਰਿਹਾ ਸਰਬੱਤਰ ਮੈਂ, ਕਿ ਉਹ ਪ੍ਰਮਾਤਮਾ ਸਰਬੱਤਰ ਜੀਵਾਂ ਵਿੱਚ ਰਮਿਆ ਹੋਇਆ, ਉਹ ਸਭ ਵਿੱਚ ਰਹਿੰਦਾ। ਸਭ ਗੋਬਿੰਦ ਹੈ, 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 ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ। ਉਹਦੇ ਬਿਨਾ ਕੋਈ ਨਹੀਂ, ਸਾਰਿਆਂ ਵਿੱਚ ਉਹੀ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪ੍ਰਮਾਤਮਾ ਸਰਬ ਥਾਈ। ਹੇ ਮੇਰਿਆ ਮਨਾ, ਜਿਹੜਾ ਸਾਰਿਆਂ 'ਚ ਹੀ ਰਮਿਆ ਹੋਇਆ, ਰਵ ਰਹਿਆ ਸਰਬੱਤਰ ਮੈਂ। ਹੇ ਮੇਰਿਆ ਮਨਾ, ਤੂੰ ਉਹਨੂੰ ਸਦਾ ਲਈ ਧਿਆ। ਮਨ ਸਦਾ ਧਿਆਈ। ਹੇ ਮੇਰਿਆ ਮਨਾ, ਤੂੰ ਉਹਨੂੰ ਸਦਾ ਲਈ ਧਿਆ, ਜਿਹੜਾ ਸਾਰਿਆਂ 'ਚ ਹੀ ਰਮਿਆ ਹੋਇਆ, ਜਿਹਦੀ ਜੋਤ ਸਾਰਿਆਂ ਵਿੱਚ ਵਸਦੀ ਹੈ। ਹੇ ਮੇਰਿਆ ਮਨਾ, ਉਹਨੂੰ ਧਿਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੇ ਮੇਰਿਆ ਮਨਾ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਵਿਧਾਤੇ ਨੂੰ ਸਦਾ ਲਈ ਧਿਆ। ਈ ਤੂਤ ਨਹਿ ਵਿਛੜੈ ਸੋ ਸੰਗੀ ਗਣੀਐ। ਇੱਥੇ ਔਰ ਉੱਥੇ, ਈਤ ਊਤ ਦਾ ਮਤਲਬ ਆ ਇੱਥੇ ਲੋਕ ਵਿੱਚ, ਊਤ ਦਾ ਮਤਲਬ ਉੱਥੇ ਪਰਲੋਕ ਵਿੱਚ, ਜਿਹੜਾ ਦੋਹਾਂ ਜਹਾਨਾਂ ਵਿੱਚ ਨਾ ਵਿਛੜੇ, ਹਰ ਵੇਲੇ ਨਾਲ ਰਵੇ, ਉਹ ਹੈ ਸੰਗੀ। ਸਤਿਗੁਰੂ ਜੀ ਆਪਣੇ ਸਿੱਖ ਦੇ ਦੋਹਾਂ ਜਹਾਨਾਂ ਦੇ ਸੰਗੀ ਨੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ। ਜਿਹਦੀ ਬਾਂਹ ਸਾਹਿਬ ਨੇ ਇਸ ਲੋਕ ਵਿੱਚ ਫੜ ਲਈ ਆ, ਪਰਲੋਕ ਵਿੱਚ ਵੀ ਫੜ ਕੇ ਰੱਖਦੇ ਐ। ਦੋਹਾਂ ਜਹਾਨਾਂ ਦੇ ਸੰਗੀ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਸਦਾ ਹੀ ਅੰਗ ਸੰਗ ਹੈ, ਸਦਾ ਹੀ ਨਾਲ ਹੈ। ਉਹ ਕਦੇ ਆਪਣੇ ਸੇਵਕ ਨੂੰ ਛੱਡਦਾ ਨਹੀਂ, ਤਿਆਗਦਾ ਨਹੀਂ। ਸਿੱਖ ਕਿਤੇ ਭੁੱਲ ਵੀ ਜਾਏ, ਭਟਕ ਵੀ ਜਾਏ ਨਾ, ਸਤਿਗੁਰੂ ਫੇਰ ਉਹਨੂੰ ਮੋੜ ਕੇ ਆਪਣੇ ਪਾਸੇ, ਆਪਣੇ ਵੱਲ ਲੈ ਆਉਂਦੇ। ਕਿਉਂਕਿ ਆਪਣੇ ਨੇ ਨਾ, ਜਿਹੜੇ ਉਹਦੇ ਆਪਣੇ ਨੇ, ਉਹਦੀ ਉਹਨੂੰ ਲਾਜ ਹੈ, ਉਹਦੀ ਉਹਨਾਂ ਨੂੰ ਲਾਜ ਹੈ ਅਕਾਲ ਪੁਰਖ। ਤੋ ਦੋਹਾਂ ਜਹਾਨਾਂ ਵਿੱਚ ਜਿਹੜਾ ਨਾ ਵਿਛੜੇ, ਉਹ ਹੈ ਸੰਗੀ। ਉਸੇ ਸੰਗੀ ਬਾਬਤ ਮਹਾਰਾਜ ਜੀ ਨੇ ਜਾਪ ਬਾਣੀ ਚ ਕਿਹਾ, ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਅਭੰਗੰ ਦਾ ਮਤਲਬ ਜਿਹੜਾ ਭੰਨਿਆ ਨਹੀਂ ਜਾਂਦਾ, ਜਿਹਦੀ ਹਸਤੀ ਸਦਾ ਰਹਿਣ ਵਾਲੀ ਹੈ, ਉਹ ਸਦਾ ਹੀ ਅੰਗ ਸੰਗ ਹੈ, ਸਦਾ ਹੀ ਨਾਲ ਹੈ। ਹਾਂਜੀ। ਬਿਨਸ ਜਾਏ ਜੋ ਨਿਮਕ ਮਹਿ ਸੋ ਅਲਪ ਸੁਖ ਭਣੀਐ। ਜਿਹੜਾ ਨਿਮਖ ਮਾਤਰ ਦੇ ਸਮੇਂ ਚ ਬਿਨਸ ਜਾਏ, ਉਹ ਅਲਪ ਸੁਖ ਹੈ, ਤੁੱਛ, ਕੁਝ ਵੀ ਨਹੀਂ। ਕਿਤਨੇ ਸੁੱਖ ਨੇ। ਕੋਈ ਚੰਗਾ ਪਦਾਰਥ ਖਾਣ ਨੂੰ ਸਾਨੂੰ ਮਿਲੇ, ਕਿੰਨਾ ਚਿਰ ਸੁੱਖ ਦਿੰਦਾ, ਜਿੰਨਾ ਚਿਰ ਜ਼ੁਬਾਨ ਤੋਂ ਰੱਖਿਆ ਅੰਦਰ ਚਲਾ ਗਿਆ, ਉਨੀ ਕੁ ਦੇਰ ਦਾ ਹੀ ਸੀ ਨਾ, ਉਸ ਤੋਂ ਬਾਅਦ ਤਾਂ ਕਹਿੰਦੇ ਖਤਮ। ਅਸੀਂ ਕੁਝ ਵੇਖਦੇ ਹਾਂ, ਕੋਈ ਚੀਜ਼ ਜਿਸ ਨੂੰ ਵੇਖਣ ਲਈ ਅਸੀਂ 1000 ਕਿਲੋਮੀਟਰ 2000 ਕਿਲੋਮੀਟਰ ਦਾ ਪੰਧ ਤੈਅ ਕੀਤਾ ਹੋਵੇ, ਜਾਓ 5-10 ਮਿੰਟ ਉਹ ਚੀਜ਼ ਨੂੰ ਵੇਖ ਕੇ ਤੁਹਾਨੂੰ ਸਕੂਨ ਜਿਹਾ ਮਿਲੇਗਾ, ਬਾਅਦ ਵਿੱਚ ਖਤਮ, ਬਾਅਦ ਚ ਸਮਾਪਤੀ। ਕਿਉਂਕਿ ਦੁਨੀਆ ਦੇ ਜਿਤਨੇ ਵੀ ਸੁੱਖ ਨੇ ਉਹ ਕੁਝ ਸਮੇਂ ਦੇ ਨੇ। ਕੁਝ ਸੁਣ ਰਹੇ ਹੋ, ਸੁਣਨ ਤੋਂ 2-4 ਮਿੰਟ 5 ਮਿੰਟ 10 ਮਿੰਟ ਤੋਂ ਬਾਅਦ ਉਹਦੇ ਤੋਂ ਫਿਰ ਉਪਰਾਮ ਹੋਣ ਲੱਗ ਪੈਂਦਾ ਮਨ, ਕੁਝ ਹੋਰ ਸੁਣਦੇ। ਤੋ ਸੁੱਖ ਸदैवी ਨਹੀਂ ਹੁੰਦੇ ਜਿਤਨੇ ਵੀ ਸੰਸਾਰ ਦੇ ਨੇ, ਅਲਪ ਸੁੱਖ ਨੇ, ਕਿਉਂਕਿ ਇਹ ਬਿਨਸ ਜਾਂਦੇ ਆ ਨਾਲੋਂ ਨਾਲ। ਤੋ ਜੋ ਬਿਨਸ ਜਾਵੇ ਉਹ ਅਲਪ ਸੁੱਖ ਹੈ, ਜੋ ਨਹੀਂ ਬਿਨਸਦਾ ਉਹ ਸदैवी ਸੁੱਖ ਹੈ, ਸਦਾ ਦਾ ਸੁੱਖ ਹੈ, ਜਿਹੜਾ ਸदैवी ਕਾਲ ਲਈ ਬਣਿਆ ਰਹਿੰਦਾ। ਤੱਤੀ ਤਵੀ ਤੇ ਬੈਠਿਆਂ ਤੇ ਦੇਗ ਦੇ ਪਾਣੀ ਚੁਬਲਦਿਆਂ ਵੀ, ਬੰਦ ਕੱਟੇ ਜਾਣ ਤੇ ਵੀ, ਔਰ ਖੋਪਰ ਲੈਂਦਿਆਂ ਵੀ, ਜਿਹੜਾ ਸੁੱਖ ਬਣਿਆ ਰਹੇ ਉਹਨੂੰ ਕਹਿੰਦੇ ਨੇ ਸदैवी ਸੁੱਖ, ਸਦਾ ਦਾ ਸੁੱਖ। ਜਮੂਰਾਂ ਨਾਲ ਮਾਸ ਨੋਚਿਆ ਜਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਪਰ ਅੰਦਰ ਸੁੱਖ ਹੈ, ਉਹ ਹੈ ਸदैवी ਸੁੱਖ, ਜੋ ਕਦੇ ਬਿਨਸਦਾ ਨਹੀਂ।
ਰਹਾਉ ਪ੍ਰਤਪਾਲੈ ਪਿਆਉ ਦੇ ਕਛ ਊਨ ਨ ਹੋਈ। ਉਹ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣੇ ਵਾਲਾ ਪਾਲਣਹਾਰ ਹੈ। ਅਪਿਆਓ ਦੇ ਕੇ, ਰੋਜੀ ਦੇ ਕੇ, ਉਹਦੇ ਤੋਂ ਕੋਈ ਊਣਾ ਤੇ ਖਾਲੀ ਨਹੀਂ ਰਹਿੰਦਾ। ਸਭ ਉਹਦੇ ਦਰ ਤੇ ਵਰਸਾਏ ਜਾਂਦੇ ਹਨ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਮੇਰਾ ਉਹ ਪ੍ਰਭੂ ਹੈ ਜਿਹੜਾ ਮੈਨੂੰ ਹਰ ਸਾਹ ਨਾਲ ਸੰਭਾਲਦਾ, ਹਰ ਸਵਾਸ ਨਾਲ ਮੇਰੀ ਪਾਲਣਾ ਕਰਨ ਵਾਲਾ ਹੈ। ਉਹ ਮੇਰਾ ਪ੍ਰਭੂ ਹੈ, ਮਾਲਕ ਹੈ, ਸੁਆਮੀ ਹੈ। ਅਸਲ ਛੇਦ ਪਾਰ ਪ੍ਰਭ ਉੱਚਾ ਜਾਕਾ ਰੂਪ। ਮੇਰਾ ਪ੍ਰਭੂ ਅਛਲ ਹੈ, ਛੜਿਆ ਨਹੀਂ ਜਾਂਦਾ। ਅਛਲ ਅਛੇਦ, ਜਿੱਥੇ ਉਹ ਛੜਿਆ ਨਹੀਂ ਜਾਂਦਾ ਉੱਥੇ ਉਹ ਅਛੇਦ ਛੇਦਿਆ ਵੀ ਨਹੀਂ ਜਾਂਦਾ, ਕੱਟਿਆ ਵੀ ਨਹੀਂ ਜਾਂਦਾ। ਅਕਟ ਹੈ। ਬੰਦਾ ਸੋਚਦਾ ਵੀ ਮੈਂ ਬੜਾ ਚਲਾਕ ਹਾਂ, ਬੜਾ ਚਤਰ ਹਾਂ, ਮੇਰੀ ਬੁੱਧੀ, ਮੇਰਾ ਦਿਮਾਗ ਬੜਾ ਤੇਜ਼ ਹੈ, ਮੈਂ ਤਾਂ ਸਭ ਨੂੰ ਛਲ ਸਕਦਾ, ਰੱਬ ਨੂੰ ਵੀ ਛਲ ਸਕਦਾ। ਪਰ ਉਹ ਨਿਰੰਕਾਰ ਵਿਧਾਤਾ ਅਛਲ ਹੈ, ਉਹ ਛੜਿਆ ਨਹੀਂ ਜਾਂਦਾ। ਜੇ ਉਹਨੂੰ ਕੋਈ ਛੜਨਾ ਵੀ ਚਾਹੇ ਤਾਂ ਮਨੁੱਖ ਆਪਣੇ ਆਪ ਨੂੰ ਹੀ ਛੜਦਾ, ਪਰ ਉਹ ਨਹੀਂ ਛੜਿਆ ਜਾਂਦਾ, ਉਹ ਅਛਲ ਹੈ। ਅਛੇਦ ਕੱਟਿਆ ਨਹੀਂ ਜਾਂਦਾ, ਵੱਢਿਆ ਟੁੱਟਿਆ ਨਹੀਂ ਜਾ ਸਕਦਾ, ਉਹਨੂੰ ਕੱਟਿਆ ਨਹੀਂ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਇਸ ਕਰਕੇ ਅਛੇਦ ਹੈ। ਅਪਾਰ, ਪਾਰਾਵਾਰ ਤੋਂ ਰਹਿਤ ਹੈ। ਉਹਦਾ ਨਾ ਉਰਾਰ ਪਤਾ ਨਾ ਪਾਰ ਪਤਾ। ਉਸ ਪ੍ਰਭੂ ਦਾ ਰੂਪ ਉੱਚਾ ਹੈ, ਊਚਾ ਜਾਕਾ ਰੂਪ। ਊਚ ਅਪਾਰ ਬੇਅੰਤ ਸੁਆਮੀ। ਉਹ ਪ੍ਰਭੂ ਉੱਚਿਆਂ ਤੋਂ ਉੱਚਾ ਹੈ, ਵੱਡਿਆਂ ਤੋਂ ਵੱਡਾ ਹੈ, ਪਰੇ ਤੋਂ ਪਰੇ ਹੈ। ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ। ਉਹਦੇ ਜਨ, ਉਹਦੇ ਜਾਪ ਨੂੰ ਜਪ ਜਪ ਕੇ ਆਨੰਦਿਤ ਹੋ ਰਹੇ ਨੇ। ਉਹਦੇ ਜਾਪ ਨੂੰ ਜਪ ਜਪ ਕੇ ਆਨੰਦਿਤ ਹੋ ਰਹੇ ਨੇ। ਆਨੰਦ ਹੀ ਆਨੰਦ, ਆਨੰਦ ਹੀ ਆਨੰਦ। ਉਹਦੇ ਜਾਪ ਨੂੰ ਜਪ ਜਪ ਕੇ ਅਸਚਰਜ ਤੇ ਅਨੂਪ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ ਕੇ ਆਨੰਦਿਤ ਹੋ ਰਹੇ ਹਨ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਹੇ ਮੇਰੇ ਦਿਆਲੂ ਪ੍ਰਭੂ, ਤੂੰ ਦਿਆਲ ਹੈ, ਤੂੰ ਕਿਰਪਾਲ ਹੈ, ਤੂੰ ਰਹਿਮਤ ਦਾ ਸਾਈਂ ਹੈ। ਤੇ ਹੇ ਦਿਆਲੂ ਪ੍ਰਭੂ, ਮੇਰੇ ਤੇ ਕਿਰਪਾ ਕਰਕੇ ਮੈਨੂੰ ਐਸੀ ਮਤ ਦਿਓ ਜਿਸ ਮਤ ਨੂੰ ਧਾਰਨ ਕਰਕੇ ਮੈਂ ਤੁਹਾਡੀ ਆਰਾਧਨਾ ਕਰਾਂ। ਜਿਤ ਤੁਮ ਹੈ ਆਰਾਧਾ, ਮਹਾਰਾਜ ਤੁਹਾਨੂੰ ਆਰਾਧਾ, ਤੁਹਾਨੂੰ ਧਿਆਵਾਂ, ਐਸੀ ਮਤ ਮੈਨੂੰ ਕਿਰਪਾ ਕਰਕੇ ਬਖਸ਼ੋ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਹੇ ਪ੍ਰਭੂ, ਮੈਂ ਤੇਰੇ ਚਰਨਾਂ ਚੋਂ ਦਾਨ ਮੰਗਦਾ ਹਾਂ। ਪੁੱਛਿਆ ਜੀ ਕੀ ਦਾਨ ਮੰਗਦੇ ਹੋ? ਮਹਾਰਾਜ ਜੀ, ਦਾਨ ਮੰਗਦਾ ਹਾਂ ਸਾਧੂਆਂ ਦੇ ਚਰਨਾਂ ਦੀ ਧੂੜ, ਸਾਧੂਆਂ ਦੇ ਚਰਨਾਂ ਦੀ ਰੇਣ। ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਸਾਧੂ ਜਨਾਂ ਦੀ ਸੰਗਤ, ਸਾਧੂ ਜਨਾਂ ਦੇ ਚਰਨਾਂ ਦੀ ਖਾਕ ਧੂੜੀ, ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਇਹ ਮੰਗ ਮੈਂ ਤੁਹਾਡੇ ਚਰਨਾਂ ਚੋਂ ਕਰਦਾ ਹਾਂ।